ਕਾਨੂੰਨਾਂ ਦੇ ਬਾਰੇ ਦੇ ਵਿੱਚ ਗੱਲਬਾਤ ਕਰਦਿਆਂ ਇੱਕ ਗੱਲ ਕਹੀ ਹੈ ਕਿ ਕਿਸਾਨ ਦੱਸਣ ਕਿ ਕਾਨੂੰਨ ਦੇ ਵਿੱਚ ਕਾਲਾ ਕੀ ਹੈ। ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਕੋਲੇ ਵਿਜ਼ਨ ਕੋਈ ਨਹੀਂ, ਦੱਸ ਨਹੀਂ ਸਕੇਗੇ ਕਿ ਕਾਨੂੰਨ ਗਲਤ ਕਿਵੇਂ ਹੈ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬਹਿਸ ਨਹੀਂ ਕਰ ਸਕੇ। ਕਿਸਾਨ ਇਸ ਮੁੱਦੇ ਦੇ ਉੱਤੇ ਸਰਕਾਰ ਬਹਿਸ ਕਰਨਾ ਚਾਹੁੰਦੀ ਹੈ। ਤਾਂ ਮੈਂ ਸਪਸ਼ਟ ਕਰ ਦਿਆਂ ਕਿ ਕਿਸਾਨਾਂ ਨੇ ਜਿਸ ਵੇਲੇ ਮੀਟਿੰਗਾਂ ਦੇ ਵਿੱਚ ਬਹਿਸ ਕੀਤੀ ਹੈ ਤੇ ਸਭ ਤੋਂ ਪਹਿਲਾਂ ਇਹ ਗੱਲ ਉੱਠਦੀ ਰਹੀ ਹੈ ਕਿ ਇਹ ਕਾਨੂੰਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੈਰ ਸੰਵਿਧਾਨਕ ਨੇ। ਸੰਵਿਧਾਨ ਅਨੁਸਾਰ ਇਹ ਕਾਨੂੰਨ ਸੈਂਟਰ ਗਵਰਨਮੈਂਟ ਬਣਾ ਹੀ ਨਹੀਂ ਸਕਦੀ। ਤੇ ਦੇਖੋ ਜੀ, ਜੇ ਤੁਹਾਨੂੰ ਲੱਗਦਾ ਹੈ ਵੀ ਇਹ ਕਾਨੂੰਨ ਸੰਵਿਧਾਨ ਦੇ ਅਨੁਸਾਰ ਗਲਤ ਨੇ ਤਾਂ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਫਿਰ ਅੰਦੋਲਨ ਕਰਨ ਦਾ ਕੀ ਮਤਲਬ ਹੈ? ਤਾਂ ਅੰਦਾਜ਼ਾ ਲਾ ਕੇ ਦੱਸੋ, ਬਹਿਸ ਤੋਂ ਭੱਜਦਾ ਕੌਣ ਸੀ? ਕੀ ਕਿਸਾਨ ਬਹਿਸ ਤੋਂ ਭੱਜਦੇ ਸੀ ਜਾਂ ਸਰਕਾਰ ਬਹਿਸ ਤੋਂ ਭੱਜੀ ਹੈ? ਮੰਤਰੀ ਜੀ ਨੇ ਕਿਹਾ ਕਿ ਦੱਸਣ ਕਾਨੂੰਨ ਕਾਲੇ ਕਿਵੇਂ ਨੇ, ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਮੈਂ ਦੱਸਾਂ ਕਿ ਕਾਨੂੰਨ ਕਿਵੇਂ ਕਾਲੇ ਨੇ, ਕੀ ਕਾਲਾ ਕਾਨੂੰਨਾਂ ਦੇ ਵਿੱਚ। ਕਿ ਸਭ ਤੋਂ ਪਹਿਲੀ ਗੱਲ ਤਾਂ ਕਿ ਕਾਨੂੰਨ ਬਣਾਉਣ ਲੱਗਿਆਂ, ਕਾਨੂੰਨ ਬਣਾਉਣ ਸਮੇਂ ਨੀਤੀ ਨੀਅਤ ਹੀ ਕਾਲੀ ਸੀ। ਪਰਮ ਸਤਿਕਾਰਯੋਗ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਇਸ ਅੰਦੋਲਨ ਨਾਲ ਜੁੜੇ ਹੋਏ ਕਿਸਾਨ ਦੋਸਤੋ, ਤੁਹਾਨੂੰ ਪਤਾ ਹੋਵੇਗਾ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੇ ਰਾਜ ਸਭਾ ਦੇ ਵਿੱਚ ਸੈਸ਼ਨ ਦੇ ਦੌਰਾਨ ਕਾਨੂੰਨਾਂ ਦੇ ਬਾਰੇ ਦੇ ਵਿੱਚ ਗੱਲਬਾਤ ਕਰਦਿਆਂ ਇੱਕ ਗੱਲ ਕਹੀ ਹੈ ਕਿ ਕਿਸਾਨ ਦੱਸਣ ਕਿ ਕਾਨੂੰਨ ਦੇ ਵਿੱਚ ਕਾਲਾ ਕੀ ਹੈ। ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਕੋਲੇ ਵਿਜ਼ਨ ਕੋਈ ਨਹੀਂ, ਦੱਸ ਨਹੀਂ ਸਕੇਗੇ ਕਿ ਕਾਨੂੰਨ ਗਲਤ ਕਿਵੇਂ ਨੇ। ਔਰ ਜਿਹੜੀ ਇਹ ਦੋਨਾਂ ਗੱਲਾਂ ਦਾ ਮੈਂ ਜਵਾਬ ਦੇਣਾ ਚਾਹੁੰਦਾ, ਸਪਸ਼ਟ ਕਰਨਾ ਚਾਹੁੰਦੇ ਅਸੀਂ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬਹਿਸ ਨਹੀਂ ਕਰ ਸਕੇ। ਕਿਸਾਨ ਇਸ ਮੁੱਦੇ ਦੇ ਉੱਤੇ ਸਰਕਾਰ ਬਹਿਸ ਕਰਨਾ ਚਾਹੁੰਦੀ ਹੈ। ਤਾਂ ਮੈਂ ਸਪਸ਼ਟ ਕਰ ਦਿਆਂ ਕਿ ਕਿਸਾਨਾਂ ਨੇ ਜਿਸ ਵੇਲੇ ਮੀਟਿੰਗਾਂ ਦੇ ਵਿੱਚ ਬਹਿਸ ਕੀਤੀ ਹੈ ਤੇ ਸਭ ਤੋਂ ਪਹਿਲਾਂ ਇਹ ਗੱਲ ਉੱਠਦੀ ਰਹੀ ਹੈ ਕਿ ਇਹ ਕਾਨੂੰਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੈਰ ਸੰਵਿਧਾਨਕ ਨੇ। ਸੰਵਿਧਾਨ ਅਨੁਸਾਰ ਇਹ ਕਾਨੂੰਨ ਸੈਂਟਰ ਗਵਰਨਮੈਂਟ ਬਣਾ ਹੀ ਨਹੀਂ ਸਕਦੀ, ਕਿਉਂਕਿ ਸੈਂਟਰ ਗਵਰਨਮੈਂਟ ਨੇ ਇਹ ਕਾਨੂੰਨ 7ਵੇਂ ਸ਼ਡਿਊਲ ਦੀ 33ਵੀਂ ਐਂਟਰੀ ਦੇ ਵਿੱਚ ਜਾ ਕੇ ਕੰਕਰੈਂਟ ਲਿਸਟ ਦੇ ਵਿੱਚ ਜਾ ਕੇ ਇਹ ਕਾਨੂੰਨ ਬਣਾਏ ਨੇ। ਔਰ ਉੱਥੇ ਜਾ ਕੇ ਕਾਨੂੰਨ ਬਣਾ ਕੀ ਸਕਦੀ ਹੈ ਸਰਕਾਰ ਤੇ ਕੀ ਨਹੀਂ ਬਣਾ ਸਕਦੀ, ਉਹਨੂੰ ਸਪਸ਼ਟ ਕਰਨਾ ਜ਼ਰੂਰੀ ਬਣਦਾ ਹੈ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ ਕਿ ਸਰਕਾਰ ਜੇ ਕਾਨੂੰਨ ਬਣਾ ਸਕਦੀ ਹੈ ਤਾਂ ਸਟਫ ਫੂਡ ਤੇ ਬਣਾ ਸਕਦੀ ਹੈ। ਹੁਣ ਇੱਥੇ ਸਵਾਲ ਹੈ, ਦੋ ਗੱਲਾਂ ਹੈ ਕਿ ਸਟਫ ਫੂਡ ਤੇ ਬਣਾ ਸਕਦੀ ਹੈ ਔਰ ਟ੍ਰੇਡ ਲਈ ਬਣਾ ਸਕਦੀ ਹੈ, ਵਪਾਰ ਲਈ ਬਣਾ ਸਕਦੀ ਹੈ। ਹੁਣ ਇੱਥੇ ਕਾਨੂੰਨ ਚੱਕ ਕੇ ਬਣੇ ਕਿਸ ਗੱਲ ਦੇ ਉੱਤੇ ਹੈ? ਕਾਨੂੰਨ ਬਣੇ ਨੇ ਫੂਡ ਗ੍ਰੇਨ ਤੇ ਮਾਰਕੀਟਿੰਗ ਤੇ, ਜਿਹੜੇ ਕਿ ਇਹ ਬਣਾ ਨਹੀਂ ਸਕਦੀ। ਇਹ ਸਟਫ ਫੂਡ ਤੇ ਟ੍ਰੇਡ ਤੇ ਬਣਾ ਸਕਦੀ ਹੈ। ਕਿਸਾਨ ਸਟਫ ਫੂਡ ਨਹੀਂ ਪੈਦਾ ਕਰਦਾ, ਕਿਸਾਨ ਕੇਵਲ ਫੂਡ ਗ੍ਰੇਨ ਪੈਦਾ ਕਰਦਾ ਹੈ। ਔਰ ਨਾਲ ਇਹ ਟ੍ਰੇਡ ਨਹੀਂ ਕਰਦਾ, ਕਿਸਾਨ ਕੇਵਲ ਮਾਰਕੀਟਿੰਗ ਕਰਦਾ ਹੈ। ਇਸ ਕਰਕੇ ਨਾ ਤਾਂ ਮਾਰਕੀਟਿੰਗ ਦੇ ਉੱਤੇ ਸਰਕਾਰ ਕਾਨੂੰਨ ਬਣਾ ਸਕਦੀ ਹੈ ਤੇ ਨਾ ਹੀ ਫੂਡ ਗ੍ਰੇਨ ਤੇ ਕਾਨੂੰਨ ਬਣਾ ਸਕਦੀ ਹੈ। ਔਰ ਇਹ ਜਦੋਂ ਬਾਰ-ਬਾਰ ਇਹ ਤਰਕ ਆਉਂਦੀ ਰਹੀ ਹੈ, ਇਹਦੇ ਤੇ ਬਹਿਸ ਕਰਦੇ ਸੀ ਜਦੋਂ, ਤੇ ਸਾਡੇ ਮਾਨਯੋਗ ਮੰਤਰੀ ਜੀ ਇੱਕ ਗੱਲ ਦੇ ਵਿੱਚ ਕਹਿ ਕੇ ਨਿਕਲ ਜਾਂਦੇ ਸੀ ਕਿ ਦੇਖੋ ਜੀ, ਜੇ ਤੁਹਾਨੂੰ ਲੱਗਦਾ ਹੈ ਵੀ ਇਹ ਕਾਨੂੰਨ ਸੰਵਿਧਾਨ ਦੇ ਅਨੁਸਾਰ ਗਲਤ ਨੇ ਤਾਂ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਫਿਰ ਅੰਦੋਲਨ ਕਰਨ ਦਾ ਕੀ ਮਤਲਬ ਹੈ? ਤਾਂ ਅੰਦਾਜ਼ਾ ਲਾ ਕੇ ਦੱਸੋ, ਬਹਿਸ ਤੋਂ ਭੱਜਦਾ ਕੌਣ ਸੀ? ਕੀ ਕਿਸਾਨ ਬਹਿਸ ਤੋਂ ਭੱਜਦੇ ਸੀ ਜਾਂ ਸਰਕਾਰ ਬਹਿਸ ਤੋਂ ਭੱਜੀ ਹੈ? ਅਗਲੀ ਗੱਲ, ਸਾਡੇ ਮੰਤਰੀ ਜੀ ਨੇ ਕਿਹਾ ਕਿ ਦੱਸਣ ਕਾਨੂੰਨ ਕਾਲੇ ਕਿਵੇਂ ਨੇ, ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਮੈਂ ਦੱਸਾਂ ਕਿ ਕਾਨੂੰਨ ਕਿਵੇਂ ਕਾਲੇ ਨੇ, ਕੀ ਕਾਲਾ ਕਾਨੂੰਨਾਂ ਦੇ ਵਿੱਚ। ਕਿ ਸਭ ਤੋਂ ਪਹਿਲੀ ਗੱਲ ਤਾਂ ਕਿ ਕਾਨੂੰਨ ਬਣਾਉਣ ਲੱਗਿਆਂ, ਕਾਨੂੰਨ ਬਣਾਉਣ ਸਮੇਂ ਨੀਤੀ ਨੀਅਤ ਹੀ ਕਾਲੀ ਸੀ ਤੇ ਕਾਲੀ ਨੀਅਤ ਦੇ ਵਿੱਚੋਂ ਬਣਿਆ ਕਾਨੂੰਨ ਕਾਲਾ ਹੀ ਹੋਏਗਾ।
क्यों? क्योंकि एक ऐसे सिस्टम के राही ये कानून बनाए गए ने कि मंडी सिस्टम नूं बर्बाद करन दा एक प्रोसैस है। इस पूरे कानून दे विच इस कानून दे विच ये कहा है कि सरकारी मंडी दे बराबर प्राइवेट मंडी होएगी, ते जिहड़ी वो प्राइवेट मंडी होएगी उस प्राइवेट मंडी दे विचों जिहड़ा व्यापारी माल खरीदेगा उन्होंने टैक्स नहीं लगणगे। हुण सवाल इत्थे है कि वेखण वाले वास्ते, आम बंदे वास्ते हुंदा भी की फर्क पैंदा है। वो जिहड़ा टैक्स है वो है 164 रुपये प्रति क्विंटल व्यापारी ने सरकार नूं, मार्केट कमेटी नूं, मंडी बोर्ड नूं भरने हुंदे है। ते जदों वो 164 रुपये मंडी बोर्ड नूं टैक्स भरना है, ਉਹਦੇ ਵਿੱਚੋਂ सरकार ने सारे ਦਾ सारा टैक्स व्यापारी ਨੂੰ ਉਹਨੂੰ ਮੁਕਤ ਕਰਤਾ, माफ़ करता, ਤਾਂ ਉਸੇ टैक्स ਦੇ ਵਿੱਚੋਂ 164 ਦੇ ਵਿੱਚੋਂ केवल 64 रुपये किसान ਨੂੰ लालच ਦੇ रूप ਦੇ ਵਿੱਚ ਦੇ ਕੇ व्यापारी किसान ਦੀ फसल खरीदेगा और 64 रुपए ਦੇ लालच ਨੂੰ किसान अपनी फसल प्राइवेट मंडी ਦੇ ਵਿੱਚ ਜਾ ਕੇ प्राइवेट बाहर खड़े व्यापारी ਨੂੰ ਵੇਚੇਗਾ। अगली गल, जो लगातार किसान की फसल मंडी तो बाहर विकती रही तो थोड़े समय दे विच मंडी एक खंडर बन के रह जाएगी। ना वो व्यापारी रहेगा, ना वो आड़तीया रहेगा, तो ना ही उस मंडी दे विच सरकारी खरीद होएगी और उत्थे किसी मजदूर का काम करन दा किसी का कोई मतलब नहीं। थोड़े समय दे विच मंडी बर्बाद हो जाएगी। और एक तो ये काली नीयत है इस कानून के पिछे। दूसरी, इस कानून दे विच लिखिया है कि अगर तुहाडी फसल खरीदण वाला फसल दे पैसे लैके भज जांदा है, वो तो पैसे गराउण दे लई किसान कोर्ट नहीं जा सकेगा। अंदाज़ा लाओ, किसानां दा कोर्ट जाण दा रस्ता बंद कर देना, की इहनूं काला कानून कह देना फिर की वाजिब नहीं? इस करके ये कानून काले ने। अगली गल, साडे मंत्री जी ने एक गल कही है कि असी टैक्स फ्री करता, पहला टैक्स लगता सी ते किसान अज विरोध क्यों करते हैं। हुण मैं इस टैक्स ते गल करनी चाहूँगा। ये जिहड़ा टैक्स लगता सी व्यापारी नूं लगता सी, खरीददार नूं लगता सी। खरीददार ने 164 रुपये क्विंटल मगर टैक्स सरकार नूं भरना हुंदा सी, मार्केट कमेटी नूं भरना हुंदा सी और उही पैसा मार्केट कमेटी की इनकम का सोर्स बनता सी। और मार्केट कमेटी दे विच ਉਹ ਜਦੋਂ पैसा इकट्ठा हुंदा सीगा ते उस मार्केट कमेटी के एरिए जिस किसी किसान दे नाल कोई किसी तरह का हादसा वापरदा सी तां मार्केट कमेटी आपदे किसानां दी मदद करदी सी, आर्थिक मदद करदी सी। डैथ हो जाण ते 3 लाख तक की मदद करदी सी। और उस तो अगे उस फंड नाल पिंडां दे डिवेलपमेंट करदी सी सरकार। पिंडां दीयां सड़कां बनदियां सी, लिंक रोडां बनदियां सी उस पैसे ना। सो इस करके ये पैसा किसानां दा सी, जिन्हों तुहाडी सरकार ने एक व्यापारी की जेब च पाता और मंडी नूं बर्बाद करन दे लई। ये है इस तुहाडे कानून की मुक्ति, सॉरी टैक्स तो जिहड़ा तुसीं टैक्स फ्री की गल करदे हैं, इहदी खेड ये है। सो इस करके इहनूं समझण दी बहुत लोड़ है मेरे किसान मित्रों। दूसरी जिहड़ी गल है कि मंत्री जी ने कहा है कि कॉन्ट्रैक्ट फार्मिंग की गल की है बड़े जोर नाल कि असीं कहा कि किसान कॉन्ट्रैक्ट तोड़ सकता है, लेकिन जिहड़ा कॉन्ट्रैक्टर है, जिहड़ा उहदा स्पॉन्सर्ड है, वो कॉन्ट्रैक्ट नहीं तोड़ सकता। ठीक है, पर मैं एक गल पुछनी चाहना, ये जिहड़ा कॉन्ट्रैक्ट फार्मिंग की गल की है, इहदे विच भी ये गल कही गई है कि अगर कॉन्ट्रैक्टर किसान दे पैसे लैके भज जाता है, ठेकेदार किसान की फसल लैके भज जाता, उहदे पैसे नहीं दिंदा,
ਤਾਂ ਉਹ ਕਿਸਾਨ ਕੋਰਟ ਨਹੀਂ ਜਾ ਸਕਦਾ, ਜਿਹਦੀ ਮਿਸਾਲ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਅਸੀਂ ਦੇ ਚੁੱਕੇ ਹਾਂ। ਮਾਨਯੋਗ ਨਰਿੰਦਰ ਤੋਮਰ ਜੀ ਦੀ ਸਟੇਟ ਪੈਂਦੀ ਹੈ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੀਆਂ ਮੀਟਿੰਗਾਂ ਦੇ ਦੌਰਾਨ ਅਸੀਂ 2-3 ਖਬਰਾਂ ਦਿਖਾਈਆਂ ਸੀਗੀਆਂ ਮੰਤਰੀ ਜੀ ਨੂੰ। ਉਹਨਾਂ ਖਬਰਾਂ ਦੇ ਵਿੱਚ ਬੜਾ ਸਪਸ਼ਟ ਸੀ ਕਿ 90 ਕਿਸਾਨਾਂ ਦੇ ਪੈਸੇ ਲੈ ਕੇ ਵਪਾਰੀ ਭੱਜੇ ਔਰ ਜਿਨ੍ਹਾਂ ਦੇ ਵਿੱਚੋਂ ਕੇਵਲ 3 ਕਿਸਾਨਾਂ ਨੂੰ ਇਨਸਾਫ ਮਿਲਿਆ, ਬਾਕੀ 87 ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਸੀ ਮਿਲਿਆ। ਇਹ ਹੈ ਕੰਟਰੈਕਟ ਫਾਰਮਿੰਗ ਦੀ ਗੱਲ। ਅਗਲੀ ਗੱਲ, ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਗੱਲ ਹੋਰ ਲਿਖੀ ਹੈ ਕਿ ਤੁਹਾਡੀ ਫਸਲ ਦੀ ਕੁਆਲਿਟੀ ਚੈੱਕ ਕਰਨ ਵਾਸਤੇ ਇੱਕ ਤੀਜੀ ਧਿਰ ਹੋਏਗੀ ਤੇ ਉਹ ਤੁਹਾਡੀ ਫਸਲ ਦੀ ਗੁਣਵੱਤਾ ਚੈੱਕ ਕਰੇਗੀ। ਗੁਣਵੱਤਾ ਚੈੱਕ ਕਰਨ ਤੋਂ ਬਾਅਦ ਫਿਰ ਰੇਟ ਤੈਅ ਹੋਣਗੇ। ਤਾਂ ਪਿਆਰਿਓ, ਕਿਸਾਨ ਦੀ ਫਸਲ ਖੁੱਲੇ ਅਸਮਾਨ ਦੇ ਥੱਲੇ ਪਲਣੀ ਹੈ। ਇਹਦੇ ਤੇ ਮਾੜੀ ਜੀ ਪੱਕਣ ਦੇ ਸਮੇਂ ਤੇ ਮਾੜੀ ਜੀ ਹਵਾ ਤੇਜ਼ ਆ ਜੇ ਤਾਂ ਫਸਲ ਦਾ ਰੰਗ ਚੇਂਜ ਹੋ ਜਾਂਦਾ, ਰੰਗ ਬਦਲ ਜਾਂਦਾ ਹੈ। ਅਗਰ ਜਰੀ ਬਾਰਿਸ਼ ਪੈ ਜੇ ਤਾਂ ਫਸਲ ਦੇ ਦਾਣਿਆਂ ਦਾ ਰੰਗ ਚੇਂਜ ਹੋ ਜਾਂਦਾ ਹੈ, ਲੇਕਿਨ ਉਹਦੇ ਵਿੱਚ ਜਿਹੜਾ ਗੁਣ ਹੈ ਉਹ ਉਹੀ ਰਹਿੰਦਾ ਹੈ। ਲੇਕਿਨ ਕਿਸਾਨ ਦੀ ਲੁੱਟ ਉਹਦਾ ਰੰਗ ਚੇਂਜ ਕਰਨ ਨਾਲ ਹੁੰਦੀ ਹੈ। ਜਦੋਂ ਹਵਾ ਵਗਣ ਨਾਲ, ਤੇਜ਼ ਹਵਾਵਾਂ ਵਗਣ ਨਾਲ ਫਸਲ ਦਾ ਰੰਗ ਚੇਂਜ ਹੁੰਦਾ ਹੈ, ਅਨਾਜ ਦਾ ਰੰਗ ਚੇਂਜ ਹੁੰਦਾ ਹੈ, ਤਾਂ ਉਸ ਵੇਲੇ ਕਿਸਾਨ ਦੀ ਫਿਰ ਲੁੱਟ ਖੁੱਲ੍ਹ ਕੇ ਹੁੰਦੀ ਹੈ। ਸੋ ਇਸ ਤਰ੍ਹਾਂ ਅੱਗੇ ਜਾ ਕੇ ਇਸੇ ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਗੱਲ ਇਹ ਕਹੀ ਗਈ ਹੈ ਕਿ ਕਿਸਾਨ ਦੀ ਜਿਹੜੀ ਫਸਲ ਹੈ, ਕੰਟਰੈਕਟ ਫਾਰਮਿੰਗ ਦੇ ਵਿੱਚ ਅੱਗੇ ਜਾ ਕੇ ਇੱਕ ਗੱਲ ਇਹ ਕਹੀ ਗਈ ਹੈ ਕਿ ਕੰਟਰੈਕਟਰ ਹੈ ਜਿਹੜਾ, ਉਹਨੇ ਕੰਟਰੈਕਟ ਕਰਨਾ ਹੈ, ਜ਼ਮੀਨ ਦੇ ਉੱਤੇ ਕੋਈ ਬਿਲਡਿੰਗ ਖੜੀ ਕਰਨੀ ਹੈ, ਕੋਈ ਕੰਸਟਰਕਸ਼ਨ ਕਰਨੀ ਹੈ, ਔਰ ਉਸ ਕੰਸਟਰਕਸ਼ਨ ਦੇ ਅਗੇਂਸਟ, ਉਸ ਕੰਸਟਰਕਸ਼ਨ ਦੇ ਉੱਤੇ, ਉਸ ਬਿਲਡਿੰਗ ਦੇ ਉੱਤੇ ਉਹ ਕ੍ਰੈਡਿਟ ਲੈ ਸਕਦਾ ਕਿਸੇ ਕੰਪਨੀ ਤੋਂ, ਕਿਸੇ ਬੈਂਕ ਤੋਂ, ਕਿਸੇ ਸਰਕਾਰੀ ਅਦਾਰੇ ਤੋਂ। ਇਹ ਕਿਹਾ ਹੈ। ਅਗਰ ਉਹ ਲੋਨ ਲੈ ਲਿਆ ਉਹਨੇ ਤੇ ਉਹ ਲੋਨ ਨਹੀਂ ਮੋੜਿਆ ਤਾਂ ਕਿਸਾਨ ਦੀ ਜ਼ਮੀਨ ਫਸੀ ਪਈ ਹੈ ਉਹ 'ਚ। ਇੱਕ ਇਹਦੇ 'ਚ ਬੜੀ ਵਧੀਆ, ਬੜੀ ਚਲਾਕੀ ਵਾਲੀ ਗੱਲ ਲਿਖੀ ਹੈ ਕੰਟਰੈਕਟ ਫਾਰਮਿੰਗ ਦੇ ਵਿੱਚ ਕਿ ਅਗਰ ਸ਼ਰਤ ਲਿਖੀ ਹੈ ਪਹਿਲਾਂ ਤਾਂ ਇਹ ਕਿ ਕੰਟਰੈਕਟਰ ਨੇ ਤੁਹਾਡੀ ਜ਼ਮੀਨ ਨੂੰ ਉਸੇ ਹਾਲਤ ਦੇ ਵਿੱਚ ਕਰਕੇ ਦੇਣਾ ਜਿਸ ਹਾਲਤ ਦੇ ਵਿੱਚ ਲਿਆ ਸੀ। ਪਰ ਜੇ ਨਹੀਂ ਕਰਕੇ ਜਾਂਦਾ ਤਾਂ ਉਹਨੂੰ ਕੋਈ ਗੱਲ ਨਹੀਂ, ਜਿਵੇਂ ਵੀ ਉਹ ਛੱਡ ਗਿਆ, ਜੋ ਉਹਦੇ ਉੱਤੇ ਕੰਸਟਰਕਸ਼ਨ ਕੀਤੀ ਹੈ ਉਹ ਉਸ ਤੋਂ ਬਾਅਦ ਕਿਸਾਨ ਦੀ ਹੋ ਜਾਏਗੀ। ਹੁਣ ਇੱਥੇ ਸਵਾਲ ਇਹ ਹੈ ਕਿ ਕਿਸੇ ਨੇ ਆ ਕੇ ਤੁਹਾਡੀ ਬਿਲਡਿੰਗ, ਤੁਹਾਡੀ ਜ਼ਮੀਨ ਦੇ ਉੱਤੇ ਬਿਲਡਿੰਗ ਖੜੀ ਕਰ ਲਈ, 30 ਸਾਲ 40 ਸਾਲ ਦਾ ਕੰਟਰੈਕਟ ਕੀਤਾ ਹੈ, 40 ਸਾਲ ਦੇ ਵਿੱਚ ਬਿਲਡਿੰਗ ਖੰਡਰ ਹੋ ਗਈ, ਖੰਡਰ ਹੋਈ ਬਿਲਡਿੰਗ ਜਿਉਂਦੀ ਤਿਉਂ ਛੱਡ ਕੇ ਤੁਰ ਗਿਆ ਤੇ ਉਹਦੇ ਉੱਤੇ 20 ਕਰੋੜ ਦਾ ਕਰਜ਼ਾ ਛੱਡ ਕੇ ਤੁਰ ਗਿਆ, ਤਾਂ ਉਹ ਇਹ ਕਹਿ ਦਊਗੀ ਸਰਕਾਰ ਕਿ ਕਾਨੂੰਨ ਦੇ ਅਨੁਸਾਰ ਤੁਹਾਡੀ ਜੀ ਇਹ ਬਿਲਡਿੰਗ ਤੁਹਾਡੀ ਹੋ ਗਈ। ਸੋ ਇਸ ਕਰਕੇ ਇਹਨਾਂ ਸਾਰੇ ਨੁਕਤਿਆਂ ਦੇ ਉੱਤੇ, ਇੱਕ ਇੱਕ ਨੁਕਤੇ ਦੇ ਉੱਤੇ ਬਹਿਸ ਹੋ ਚੁੱਕੀ ਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਬਹਿਸ ਹੋ ਚੁੱਕੀ ਹੈ, ਲੇਕਿਨ ਸਰਕਾਰ ਜਿਹੜੀ ਕਹਿੰਦੀ ਹੈ ਕਿ ਕਿਸਾਨਾਂ ਨੇ ਬਹਿਸ ਨਹੀਂ ਕੀਤੀ, ਕਿਸਾਨਾਂ ਨੂੰ ਬਹਿਸ ਨਹੀਂ ਕਰਨੀ ਆਉਂਦੀ, ਇਹਨਾਂ ਹੀ ਗੱਲਾਂ ਦੇ ਉੱਤੇ, ਇਹਨਾਂ ਹੀ ਨੁਕਤਿਆਂ ਤੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਨੇ ਟਿਕ ਕਰਦੇ ਰਹੇ ਨੇ ਵੀ ਠੀਕ ਹੈ, ਇਹਨੂੰ ਠੀਕ ਕਰ ਦਿਆਂਗੇ। ਮੈਂ ਬੇਨਤੀ ਕਰਾਂ ਕਿ ਜੇਕਰ ਇਹਦੇ ਵਿੱਚ ਕਮੀਆਂ ਨਹੀਂ ਸੀ, ਇਹਦੇ ਵਿੱਚ ਗਲਤੀਆਂ ਨਹੀਂ ਸੀ, ਤਾਂ ਫਿਰ ਸੋਧਾਂ ਕਿਸ ਗਲਤੀਆਂ ਕਰ ਰਹੀ ਹੈ ਸਰਕਾਰ। ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਕਰਨਾ ਹੈ, ਨਹੀਂ ਕਰਨਾ ਹੈ, ਤੁਸੀਂ ਸਰਕਾਰ ਹੋ, ਤੁਹਾਡੀ ਪਾਵਰ ਹੈ, ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਲੋਕਾਂ ਦੇ ਨਾਲ, ਲੇਕਿਨ ਝੂਠ ਬੋਲਣਾ ਸਿਆਣਪ ਨਹੀਂ। ਐਡੇ ਐਡੇ ਅਹੁਦਿਆਂ ਤੇ, ਐਡੇ ਐਡੇ ਪਦਵੀਆਂ ਤੇ ਬੈਠੇ ਵਿਅਕਤੀ ਅਗਰ ਝੂਠ ਬੋਲਣ ਲੱਗਣ ਤਾਂ ਫਿਰ ਦੇਸ਼ ਦਾ ਕੀ ਬਣੇਗਾ। ਸੋ ਮੈਂ ਜਿਹੜੀ ਇੰਨੀ ਗੱਲ ਮੇਰੇ ਅੱਜ ਪ੍ਰਧਾਨ ਮੰਤਰੀ ਆਪਣਾ ਨਰਿੰਦਰ ਤੋਮਰ ਜੀ ਸਾਡੇ ਐਗਰੀਕਲਚਰ ਮਿਨਿਸਟਰ ਨੇ ਜੋ ਬੋਲੀ ਹੈ, ਉਹਨਾਂ ਦੇ ਮੈਂ ਭਾਸ਼ਣ ਦਾ ਜਵਾਬ ਦੇਣਾ ਚਾਹੁੰਦਾ ਸੀ। ਉਹ ਇਹ ਜਵਾਬ ਹੈ ਮੇਰੇ ਕਿਸਾਨ ਮਿੱਤਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।